ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅੱਜ ਅਸੀਂ ਸਟਾਰਟ ਕਰਾਂਗੇ ਕਲਾਸ 6 ਦਾ 7th ਚੈਪਟਰ। ਅਸੀਂ ਜੋ ਪ੍ਰੀਵੀਅਸ ਵੀਡੀਓ ਸਟਾਰਟ ਕੀਤਾ ਸੀ ਅੱਜ ਅਸੀਂ ਅੱਗੇ ਕੰਟੀਨਿਊ ਕਰ ਰਹੇ ਹਾਂਗੇ। ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਪੜ੍ਹਿਆ ਸੀਗਾ ਵੀ ਜਿਹੜੇ ਪਲਾਂਟਸ ਹੁੰਦੇ ਨੇਗੇ ਕਿਹੜੇ ਹੁੰਦੇ ਨੇ, ਹਰਬਸ, ਸ਼ਰਬਸ ਤੇ ਟਰੀਜ਼ ਬਾਰੇ ਪੜ੍ਹਿਆ ਸੀਗਾ। ਦੂਸਰਾ ਆਪਾਂ ਸਟੈਮ ਦੇ ਵੀ ਕੀ ਫੰਕਸ਼ਨਸ ਹੁੰਦੇ ਨੇਗੇ, ਤੀਜਾ ਲੀਫ ਬਾਰੇ ਪੜ੍ਹਿਆ ਸੀਗਾ। ਅੱਜ ਅੱਗੇ ਕੰਟੀਨਿਊ ਕਰ ਦੇਂਗੇ ਜਿਹਦੇ 'ਚ ਅਸੀਂ ਲੀਫ ਦੇ ਫੰਕਸ਼ਨਸ ਪੜ੍ਹਨੇ ਨੇ ਵੀ ਜਿਹੜਾ ਲੀਫ ਹੁੰਦਾ ਗਾ ਉਹਦੇ ਕਿਹੜੇ ਫੰਕਸ਼ਨਸ ਹੁੰਦੇ ਨੇ। ਉਹਦੇ ਲਈ ਅਸੀਂ ਐਕਟੀਵਿਟੀ 4 ਸਟਾਰਟ ਕਰ ਦਿਆਂਗੇ। We will require a herb, 2 transparent polythene bags and some string। ਸਾਨੂੰ ਇਸ ਐਕਟੀਵਿਟੀ ਨੂੰ ਕਰਨ ਦੇ ਲਈ ਇੱਕ ਹਰਬ ਚਾਹੀਦੀ ਹੈਗੀ, ਬੂਟੀ ਚਾਹੀਦੀ ਹੈਗੀ, ਐਂਡ 2 transparent polythene bag ਚਾਹੀਦੇ ਨੇਗੇ, ਐਂਡ some string ਧਾਗਾ ਚਾਹੀਦਾ ਹੈਗਾ। Do this activity during day time on a sunny day। ਇਸ ਐਕਟੀਵਿਟੀ ਨੂੰ ਕਹਿੰਦੇ ਦਿਨ ਦੇ ਸਮੇਂ ਕਰਨਾ ਜਦੋਂ ਧੁੱਪ ਜ਼ਿਆਦਾ ਹੋਵੇ, ਧੁੱਪ ਦੇ ਟਾਈਮ ਹੀ ਕਰਨਾ ਗਾ। Use a healthy, well-watered plant that has been growing in the sun for this activity। ਇਸ ਐਕਟੀਵਿਟੀ ਨੂੰ ਕਰਨ ਦੇ ਲਈ ਉਹ ਪੌਦਾ ਲੈਣਾ ਗਾ ਜਿਹੜਾ ਕਾਫੀ ਹੈਲਦੀ ਹੋਵੇ ਤੇ ਪੂਰਾ ਮਤਲਬ ਵਧੀਆ ਜਿਹੜਾ ਗਰੋ ਕਰ ਰਿਹਾ ਹੋਵੇ। Enclose a leaf branch of the plant in a polythene bag and tie up its mouth as figure shown 7.11। ਕਹਿੰਦੇ ਇਸ ਜਿਹੜੀ ਉਹ ਪਲਾਂਟ ਸੀਗਾ ਉਹਦੇ ਇੱਕ ਬ੍ਰਾਂਚ ਲੈਣੀ ਹੈਗੀ ਜਿਹਦੇ 'ਤੇ ਪੱਤੇ ਹੋਣ, ਲੀਫੀ ਬ੍ਰਾਂਚ ਲੈਣੀ ਹੈਗੀ ਅਤੇ ਉਹਨੂੰ ਪੋਲੀਥੀਨ ਦੇ ਬੈਗ ਦੇ ਵਿੱਚ ਪਾ ਕੇ ਉੱਪਰ ਉਹਦਾ ਜਿਹੜਾ ਉਹਨੂੰ ਸਟਰਿੰਗ ਦੇ ਨਾਲ ਉਹਨੂੰ ਕੀ ਕਰ ਦੇਣਾ, ਉਹਦੇ ਪੋਲੀਥੀਨ ਦੇ ਮੂੰਹ ਨੂੰ ਬੰਦ ਕਰ ਦੇਣਾ ਗਾ। 7 ਪੁਆਇੰਟ ਫਿਗਰ ਆਪਾਂ ਨੂੰ ਦਿਖਾਈ ਗਈ ਹੈਗੀ ਜਿਹਦੇ ਵਿੱਚ ਵੀ ਜਿਵੇਂ ਇਸ ਤਰ੍ਹਾਂ 7 ਪੁਆਇੰਟ ਫਿਗਰ 'ਚ ਦਿਖਾਇਆ ਗਿਆ ਇਸ ਤਰ੍ਹਾਂ ਆਪਾਂ ਨੂੰ ਪੋਲੀਥੀਨ ਦੇ ਵਿੱਚ ਬੰਦ ਕਰਨਾ ਗਾ। Tie up the mouth of the empty polythene bag and keep it also in the sun। ਮਤਲਬ ਉਹਨੂੰ ਬੰਦ ਕਰਕੇ ਉਸ ਤੋਂ ਉਹਨੂੰ ਧੁੱਪ 'ਚ ਰੱਖ ਦੇਣਾ ਗਾ। ਆਫਟਰ ਅ ਫਿਊ ਆਵਰਸ, ਕਈ ਘੰਟਿਆਂ ਬਾਅਦ, ਓਬਜ਼ਰਵ ਦ ਇਨਰ ਸਰਫੇਸ ਆਫ ਦ ਬੈਗ। ਅਸੀਂ ਜਿਹੜਾ ਪੋਲੀਥੀਨ ਸੀ ਉਹਦੀ ਅੰਦਰਲੀ ਸਰਫੇਸ ਦੇਖਣੀ ਹੈਗੀ। ਵਟ ਯੂ ਸੀ, ਕੀ ਦੇਖਿਆ। ਜਦੋਂ ਆਪਾਂ ਐਕਟੀਵਿਟੀ ਕਰਾਂਗੇ ਕਿਸੇ ਪਲਾਂਟ ਦੀ ਜਿਹੜੀ ਬ੍ਰਾਂਚ ਹੋਊਗੀ, ਜਿਹੜੀ ਲੀਫੀ ਬ੍ਰਾਂਚ ਹੋਊਗੀ ਉਹਨੂੰ ਧੁੱਪ ਦੇ ਵਿੱਚ ਰੱਖਾਂਗੇ। ਉਸ ਤੋਂ ਬਾਅਦ ਕੁਝ ਘੰਟੇ ਬਾਅਦ ਦੇਖਾਂਗੇ ਵੀ ਜਿਹੜੀ ਉਹ ਕੀ ਦੇਖਿਆ ਵੀ ਅਸੀਂ ਜਿਹੜੀ ਉਹ ਹੋਊਗਾ ਪੋਲੀਥੀਨ ਬੈਗ ਹੋਊਗਾ ਉਹਦੇ ਪਾਣੀ ਦੇ ਛਿੱਟੇ ਜਿਹੜੇ ਲੱਗ ਜਾਣਗੇ, ਪਾਣੀ ਜੋ ਚਪਕ ਰਿਹਾ ਹੋਊਗਾ ਅਤੇ ਅਸੀਂ ਆਰ ਦੇਅਰ ਐਨੀ ਡ੍ਰੌਪਲੇਟ ਆਫ ਵਾਟਰ ਇਨ ਐਨੀ ਆਫ ਦ ਬੈਗਸ। ਕਹਿੰਦੇ ਕਿ ਜਿਹੜੇ ਤੁਸੀਂ ਬੈਗ ਲਿਆ ਸੀਗਾ ਜਿਹਦੇ ਵਿੱਚ ਅਸੀਂ ਲੀਫੀ ਬ੍ਰਾਂਚ ਪਾਈ ਸੀਗੀ ਉਹਦੇ ਬੈਗ ਦੇ ਉੱਤੇ ਮਤਲਬ ਪਾਣੀ ਦੀਆਂ ਜਿਹੜੀ ਡ੍ਰੌਪਲੇਟਸ ਹੈਗੀਆਂ ਨੇਗੀਆਂ। ਅਸੀਂ 2 ਬੈਗ ਲਏ ਸੀਗੇ, ਇੱਕ ਤਾਂ ਅਸੀਂ ਜਿਹਦੇ 'ਚ ਅਸੀਂ ਕੋਈ ਬ੍ਰਾਂਚ ਨਹੀਂ ਪਾਈ ਸੀਗੀ ਉਹਨੂੰ ਆਪਾਂ ਵੈਸੇ ਟਾਈ ਕਰਕੇ ਰੱਖਤਾ ਸੀਗਾ, ਇੱਕ ਦੇ ਵਿੱਚ ਲੀਫੀ ਬ੍ਰਾਂਚ ਪਾਉਣ ਤੋਂ ਬਾਅਦ ਟਾਈ ਕੀਤਾ ਸੀਗਾ। ਅਸੀਂ ਕੀ ਦੇਖਿਆ ਐਕਟੀਵਿਟੀ ਕਰਨ ਤੋਂ ਬਾਅਦ ਵੀ ਜਿਹੜੇ ਤੇ ਬੈਗ ਦੇ ਵਿੱਚ ਪੋਲੀਥੀਨ ਬੈਗ 'ਚ ਅਸੀਂ ਲੀਫੀ ਬ੍ਰਾਂਚ ਪਾਈ ਸੀਗੀ ਉਹਦੇ ਵਿੱਚ ਤਾਂ ਇਹਨੇ ਪਾਣੀ ਦੀ ਡ੍ਰੌਪਲੇਟਸ ਸਾਨੂੰ ਦਿਸ ਰਹੀਆਂ ਸੀਗੀਆਂ, ਪਰ ਜਿਹੜਾ ਦੂਸਰਾ ਐਮਪਟੀ ਬੈਗ ਸੀਗਾ ਉਹਦੇ ਵਿੱਚ ਕੋਈ ਪਾਣੀ ਦੀ ਜਿਹੜੀ ਡ੍ਰੌਪਲੇਟ ਨਹੀਂ ਸੀਗੀ। ਵਿੱਚ ਬੈਗ ਹੈਜ਼ ਦ ਡ੍ਰੌਪਲੇਟਸ, ਕਿਹੜੇ ਬੈਗ 'ਤੇ ਡ੍ਰੌਪਲੇਟਸ ਸੀਗੀਆਂ ਜਿਹਦੇ 'ਚ ਅਸੀਂ ਲੀਫੀ ਬ੍ਰਾਂਚ ਵਾਲੇ 'ਚ। ਹਾਊ ਡੂ ਯੂ ਥਿੰਕ ਦੇ ਗੋਟ ਦੇਅਰ। ਫੋਰਗੇਟ ਟੂ ਰਿਮੂਵ ਦ ਪੋਲੀਥੀਨ ਬੈਗ ਆਫਟਰ ਦ ਐਕਟੀਵਿਟੀ। ਕਹਿੰਦੇ ਤੁਸੀਂ ਮਤਲਬ ਪਾਣੀ ਕਿੱਥੋਂ ਆਇਆ, ਜਿਹੜੇ ਹੁਣ ਉਹਦੇ 'ਚ ਜੇ ਪਾਣੀ ਸੀ ਉਹ ਕਿੱਥੋਂ ਆ ਗਿਆ ਜਿਹੜੇ ਬੈਗ 'ਚ ਸੀਗਾ। ਕਹਿੰਦੇ ਉਸ ਤੋਂ ਬਾਅਦ ਜਿਹੜਾ ਰਿਮੂਵ ਕਰਨ ਜਦੋਂ ਆਪਾਂ ਐਕਟੀਵਿਟੀ ਕਰ ਲਈ, ਐਕਟੀਵਿਟੀ ਕਰਨ ਤੋਂ ਬਾਅਦ ਉਹਦੇ ਵਿੱਚੋਂ ਜਿਹੜਾ ਪੋਲੀਥੀਨ ਹੈਗਾ ਉਹਨੂੰ ਮਤਲਬ ਰਿਮੂਵ ਕਰ ਦਿਓ, ਉਸ ਰਿਮੂਵ ਕਰਨਾ ਨਹੀਂ ਭੁੱਲਣਾ। ਕਹਿੰਦੇ ਵਾਟਰ ਕਮਸ ਆਊਟ ਆਫ ਲੀਵਸ ਇਨ ਦ ਫਾਰਮ ਆਫ ਵੈਪਰ ਬਾਈ ਅ ਪ੍ਰੋਸੈਸ ਕਾਲਡ ਟਰਾਂਸਪੀਰੇਸ਼ਨ। ਹੁਣ ਟਰਾਂਸਪੀਰੇਸ਼ਨ ਕੀ ਹੁੰਦੀ ਹੈਗੀ, ਬਾਸ਼ਪ ਉਤਸਰਜਨ। ਟਰਾਂਸਪੀਰੇਸ਼ਨ ਕੀ ਹੁੰਦੀ ਹੈ, ਬਾਸ਼ਪ ਉਤਸਰਜਨ। ਹੁਣ ਜਿਹੜਾ ਉਹ ਬੈਗ ਸੀਗਾ ਉਹਦੇ 'ਚ ਪਾਣੀ ਕਿੱਥੋਂ ਆਇਆ ਸੀ, ਉਹ ਪੱਤਿਆਂ ਤੋਂ ਆਇਆ ਸੀ। ਜਿਹੜੀ ਆਪਾਂ ਉਹਦੀ ਬ੍ਰਾਂਚ ਰੱਖੀ ਸੀਗੀ ਉਹ ਬ੍ਰਾਂਚ ਦੇ ਜਿਹੜੇ ਪੱਤੇ ਸੀ ਉਹਨਾਂ ਨੇ ਪਾਣੀ ਸੀ ਜਿਹੜਾ ਉਹ ਉੱਥੋਂ ਨਿਕਲਿਆ ਸੀਗਾ, ਅਤੇ ਜਿਹੜਾ ਪਾਣੀ ਸੀ ਉਹ ਕਾਹਦੇ ਵੈਪਰਸ ਦੀ ਫਾਰਮ ਦੇ ਵਿੱਚ ਆਇਆ ਸੀਗਾ। ਅਤੇ ਜਿਹੜੀ ਪ੍ਰੋਸੈਸ ਹੈਗੀ ਪੱਤਿਆਂ ਤੋਂ ਵੈਪਰ ਦੀ ਫਾਰਮ ਦੇ ਵਿੱਚ ਪਾਣੀ ਆਉਂਦਾ ਗਾ ਉਹਨੂੰ ਕੀ ਕਹਿੰਦੇ ਨੇ, ਟਰਾਂਸਪੀਰੇਸ਼ਨ। ਪਲਾਂਟਸ ਰਿਲੀਜ਼ ਆ ਲੋਟ ਆਫ ਵਾਟਰ ਇਨ ਟੂ ਦ ਏਅਰ ਥਰੂ ਦਿਸ ਪ੍ਰੋਸੈਸ। ਜਿਹੜੇ ਪਲਾਂਟਸ ਹੁੰਦੇ ਨੇਗੇ ਉਹ ਬਹੁਤ ਸਾਰਾ ਜਿਹੜਾ ਪਾਣੀ ਹੈਗਾ ਉਹ ਰਿਲੀਜ਼ ਕਰਦੇ ਨੇ ਟਰਾਂਸਪੀਰੇਸ਼ਨ ਪ੍ਰੋਸੈਸ ਦੇ ਰਾਹੀਂ। ਵੀ ਵਿਲ ਲਰਨ ਮੋਰ ਅਬਾਊਟ ਦਿਸ ਇਨ ਚੈਪਟਰ 14। ਅਸੀਂ ਇਸ ਦੇ ਬਾਰੇ ਜਿਹੜੇ ਪਲਾਂਟਸ ਨੇਗੇ ਵੀ ਕਿੱਦਾਂ ਉਹ ਮਤਲਬ ਟਰਾਂਸਪੀਰੇਸ਼ਨ ਕਿੱਦਾਂ ਕਰਦੇ ਨੇਗੇ ਇਹਨੂੰ ਆਪਾਂ ਚੈਪਟਰ 14 'ਚ ਅੱਗੇ ਜ਼ਿਆਦਾ ਪੜ੍ਹਾਂਗੇ। ਵਾਈ ਡਿਡ ਵੀ ਟਾਈ ਅ ਬੈਗ ਅਰਾਊਂਡ ਦ ਲੀਵਸ। ਕਹਿੰਦੇ ਅਸੀਂ ਪੱਤਿਆਂ ਦੇ ਦੁਆਰਾ ਜਿਹੜੇ ਉਹ ਕਿਉਂ ਬੰਨ੍ਹਦੇ ਹੈਗੇ, ਮਤਲਬ ਜਿਹੜੇ ਬੈਗ ਹੁੰਦੇ ਨੇ ਉਹ ਕਿਉਂ ਬੰਨ੍ਹਦੇ ਹੈਗੇ। ਵੁੱਡ ਵੀ ਹੈਵ ਸੀਨ ਦ ਵਾਟਰ ਫਰੋਮ ਟਰਾਂਸਪੀਰੇਸ਼ਨ ਆਫ ਪਲਾਂਟਸ ਅਦਰਵਾਈਜ਼।
ਕਹਿੰਦੇ ਕਿ ਸਾਨੂੰ ਜਿਹੜਾ ਵਾਟਰ ਸੀਗਾ ਟਰਾਂਸਪੀਰੇਸ਼ਨ ਰਾਹੀਂ ਵੈਸੇ ਵੀ ਦਿਸਦਾ ਗਾ ਵੀ ਇੱਕ ਤਾਂ ਬੰਨ ਕੇ ਦੇਖਿਆ ਵੀ ਉਹ ਬੈਗ ਬੰਨੇ, ਉਸ ਤੋਂ ਸਾਨੂੰ ਵੀ ਜਿਹੜੇ ਪਾਣੀ ਦੇ ਡ੍ਰੌਪਲੇਟ ਦਿਸੇ ਵੀ ਬਿਨਾਂ ਬੈਗ ਤੋਂ ਵੀ ਸਾਨੂੰ ਬੰਨੇ ਤੋਂ ਵੀ ਬਿਨਾਂ ਸਾਨੂੰ ਦਿਸੂਗਾ ਵੀ ਜਿਹੜਾ ਟਰਾਂਸਪੀਰੇਸ਼ਨ ਦੀ ਪ੍ਰੋਸੈਸ ਆ। ਬਟ ਮੇਕਸ ਦਾ ਵਾਟਰ ਅਪੀਅਰ ਔਨ ਦਾ ਪੋਲੀਥੀਨ ਬੈਗ। ਕਹਿੰਦੇ ਕੀ ਸ਼ੋਅ ਕਰਦਾ ਜਿਹੜਾ ਪਾਣੀ ਸੀਗਾ ਪੋਲੀਥੀਨ ਬੈਗ 'ਤੇ ਉਹ ਕੀ ਸ਼ੋਅ ਕਰ ਰਿਹਾ ਹੈਗਾ। In chapter 5 we notice water changing into different forms in some of our activities। ਅਸੀਂ ਚੈਪਟਰ 5 ਕੀਤਾ ਸੀਗਾ ਜਿਹਦੇ 'ਚ ਅਸੀਂ ਪੜ੍ਹਿਆ ਸੀ ਜਿਹੜਾ ਵਾਟਰ ਹੈਗਾ ਉਹ ਚੇਂਜ ਹੁੰਦਾ ਗਾ, ਜਿਵੇਂ ਵਾਟਰ ਦੇ ਵੈਪਰਸ ਬਣਦੇ ਨੇ, ਫਿਰ ਸਟ੍ਰੀਮ ਬਣਦੀ ਹੈਗੀ, ਜਾਂ ਉਹਨੂੰ ਲਿਕੁਇਡ ਫਾਰਮ ਤੋਂ ਕੀ ਹੋ ਜਾਂਦਾ ਗਾ, ਠੋਸ ਬਣ ਜਾਂਦਾ ਗਾ। ਇਹ ਐਕਟੀਵਿਟੀਜ਼ ਕੀਤੀਆਂ ਸੀ। Can you think of these and name the process that make water drops appear on the polythene bag? ਉਹ ਕਿਹੜੀ ਪ੍ਰੋਸੈਸ ਤੇ ਆਪਾਂ ਕਿਹੜੀ ਪ੍ਰੋਸੈਸ ਕੀਤੀ ਸੀਗੀ ਜਿਹਦੇ 'ਚ ਵਾਟਰ ਕੀ ਬਣੀ ਸੀ, ਵਾਟਰ ਵੈਪਰ ਬਣੇ ਸੀਗੇ, ਵੈਪੋਰੇਸ਼ਨ ਕੀਤੀ ਸੀ ਆਪਾਂ ਜਿਹਦੇ 'ਚ ਕੀ ਸੀਗਾ ਵਾਟਰ ਤੋਂ ਕੀ ਬਣ ਗਏ ਸੀ, ਵਾਟਰ ਵੈਪਰਸ ਬਣ ਗਏ ਸੀਗੇ। ਲੀਵ ਆਲਸੋ ਹੈਵ ਅਨਦਰ ਫੰਕਸ਼ਨ ਲੈਟ ਅਸ ਸਟੱਡੀ। ਹੋਰ ਕਹਿੰਦੇ ਪੱਤਿਆਂ ਦੇ ਹੋਰ ਵੀ ਕੰਮ ਹੁੰਦੇ ਨੇ ਲੀਵਸ ਦੇ, ਉਹਨਾਂ ਨੂੰ ਆਪਾਂ ਅੱਗੇ ਪੜ੍ਹਦੇ ਹੈਗੇ। ਉਹਦੇ ਲਈ ਐਕਟੀਵਿਟੀ 5 ਕਰਨੀ ਹੈਗੀ। ਐਕਟੀਵਿਟੀ 5 ਦੇ ਲਈ ਵੀ ਵੁੱਡ ਰਿਕੁਆਇਰ ਅ ਲੀਫ, ਉਹਦੇ ਲਈ ਸਾਨੂੰ ਇੱਕ ਪੱਤਾ ਚਾਹੀਦਾ, ਸਪਿਰਿਟ ਚਾਹੀਦੀ ਹੈਗੀ, ਸਪਿਰਿਟ ਬੀਕਰ ਚਾਹੀਦਾ, ਟੈਸਟ ਟਿਊਬ ਚਾਹੀਦੀ ਆ, ਬਰਨਰ ਚਾਹੀਦਾ, ਵਾਟਰ ਐਂਡ ਪਲੇਟ ਐਂਡ ਆਇਓਡੀਨ ਦਾ ਸੋਲੂਸ਼ਨ ਚਾਹੀਦਾ ਇਸ ਐਕਟੀਵਿਟੀ ਨੂੰ ਕਰਨ ਦੇ ਲਈ। ਪੁੱਟ ਅ ਲੀਫ ਇਨ ਟੈਸਟ ਟਿਊਬ। ਟੈਸਟ ਟਿਊਬ ਲਓ ਇੱਕ। ਟੈਸਟ ਟਿਊਬ ਕੀ ਹੁੰਦੀ ਹੈਗੀ, ਆਪਾਂ ਲੈਬ 'ਚ ਵਰਤੀ ਜਾਂਦੀ ਹੈਗੀ। ਛੋਟੀ ਆਪਣੇ ਅੱਗੇ ਨੈਕਸਟ ਫਿਗਰ ਦਿੱਤੀ ਹੋਈ, ਇਹ ਜਿਹੜੀ ਇਹਦੇ ਵਿੱਚ ਪਈ ਹੈਗੀ ਆਹ ਵਾਲੀ, ਇਹ ਕੀ ਹੈਗੀ ਟੈਸਟ ਟਿਊਬ। ਟੈਸਟ ਟਿਊਬ ਕੀ ਹੁੰਦੀ ਹੈਗੀ ਜਿਹਦੇ ਵਿੱਚ ਆਹ ਵਾਲੀ ਜਿਹੜੀ ਹੈਗੀ ਇਹ ਟੈਸਟ ਟਿਊਬ ਹੈਗੀ, ਅਤੇ ਉਸ ਤੋਂ ਬੀਕਰ ਆਹ ਵਾਲਾ ਜਿਹੜਾ ਦੂਸਰਾ ਵੱਡਾ ਉਹ ਹੈਗਾ ਜਿਹਦੇ ਵਿੱਚ ਟੈਸਟ ਟਿਊਬ ਰੱਖੀ ਉਹ ਕੀ ਹੈ ਬੀਕਰ। ਨੀਚੇ ਦੀ ਇਹਨੂੰ ਕੀ ਕਹਿੰਦੇ ਨੇਗੇ ਬਰਨਰ, ਜੋ ਜਿਹਦੇ ਉੱਪਰ ਰੱਖਿਆ ਗਿਆ ਬੀਕਰ ਉਹ ਹੁੰਦਾ ਗਾ ਬਰਨਰ। ਅਤੇ ਆਪਾਂ ਇਸ ਐਕਟੀਵਿਟੀ ਨੂੰ ਕਰ ਦਿਆਂਗੇ। ਇਸ ਐਕਟੀਵਿਟੀ ਲਈ ਕੀ ਕਰਨਾ, ਸਭ ਤੋਂ ਪਹਿਲਾਂ ਕਹਿੰਦੇ ਲੀਫ ਨੂੰ ਟੈਸਟ ਟਿਊਬ 'ਚ ਪਾਉਣਾ ਗਾ ਐਂਡ ਪੋਰ ਸਪਿਰਿਟ ਟੂ ਕੰਪਲੀਟਲੀ ਕਵਰ ਦ ਲੀਫ। ਅਤੇ ਉਹਦੇ ਵਿੱਚ ਕੀ ਪਾਉਣਾ ਗਾ ਸਪਿਰਿਟ, ਉਸ ਵਿੱਚ ਸਪਿਰਿਟ ਪਾਉਣਾ ਗਾ ਜਿਹਦਾ ਜਿਹੜਾ ਪੱਤਾ ਗਾ ਪੂਰੀ ਤਰ੍ਹਾਂ ਡੁੱਬਿਆ ਰਵੇ। ਸਪਿਰਿਟ ਯੂਜ਼ ਕਰਨਾ ਗਾ ਇਹਦੇ ਵਾਸਤੇ। ਪੱਤਾ ਪਹਿਲਾਂ ਟੈਸਟ ਟਿਊਬ ਲੈਣੀ ਆ, ਟੈਸਟ ਟਿਊਬ ਦੇ ਵਿੱਚ ਲੀਫ ਪਾਉਣਾ ਗਾ ਅਤੇ ਉਹਦੇ ਵਿੱਚ ਸਪਿਰਿਟ ਪਾਉਣਾ ਗਾ, ਉਹਨੂੰ ਸਪਿਰਿਟ 'ਚ ਪੂਰਾ ਡੁਬੋਣਾ ਗਾ। ਨੋ ਅਲਟੀਮੇਟਲੀ ਗੈਟਸ ਨੋ ਪੁੱਟ ਦ ਟੈਸਟ ਟਿਊਬ, ਜਿਹੜਾ ਬੀਕਰ ਕੀ ਆ ਹਾਫ ਫਿਲਡ ਹੈਗਾ ਵਾਟਰ ਦੇ ਨਾਲ। ਹੀਟ ਦ ਬੀਕਰ till all the green color from the leaf comes out into the spirit in the test tube। ਕਹਿੰਦੇ ਉਨਾ ਚਿਰ ਅਸੀਂ ਉਹਨੂੰ ਜਿਹੜਾ ਬੀਕਰ ਹੈਗਾ ਉਹਦੇ 'ਚ ਪਾਣੀ ਨੂੰ ਉਬਾਲਦੇ ਰਹਿਣਾ ਜਦੋਂ ਤੱਕ ਜਿਹੜਾ ਲੀਫ ਹੈਗਾ ਉਹ ਆਪਣਾ ਕਲਰ ਆ ਜਿਹੜਾ ਉਹ ਪੂਰਾ ਗ੍ਰੀਨ ਕਲਰ ਉਹਦੇ 'ਚ ਨਾ ਆ ਜੇ, ਟੈਸਟ ਟਿਊਬ ਜਿਹੜੇ ਸਪਿਰਿਟ ਪਾਏ ਸੀ ਉਹ ਪੂਰੀ ਗ੍ਰੀਨ ਨਾ ਹੋ ਜੇ। ਟੇਕ ਦ ਲੀਫ ਕੇਅਰਫੁਲੀ ਐਂਡ ਵਾਸ਼ ਇਟ ਇਨ ਵਾਟਰ। ਫਿਰ ਆਪਾਂ ਲੀਫ ਨੂੰ ਕੱਢ ਲਾਂਗੇ ਜਦੋਂ ਕੀ ਹੋਊਗਾ ਜੋ ਪਾਣੀ ਜਿਹੜਾ ਸਾਰਾ ਗ੍ਰੀਨ ਕਲਰ ਜਿਹੜਾ ਨਿਕਲ ਗਿਆ ਅਤੇ ਉਹਨੂੰ ਵਾਸ਼ ਕਰਾਂਗੇ। ਪੁੱਟ ਇਟ ਔਨ ਅ ਪਲੇਟ ਐਂਡ ਪੋਰ ਸਮ ਆਇਓਡੀਨ ਸੋਲੂਸ਼ਨ ਓਵਰ ਇਟ। ਫਿਰ ਉਹਨੂੰ ਆਪਾਂ ਕਿਸੇ ਪਲੇਟ 'ਤੇ ਰੱਖ ਲਾਂਗੇ ਅਤੇ ਉਹਦੇ 'ਤੇ ਆਇਓਡੀਨ ਸੋਲੂਸ਼ਨ ਪਾਵਾਂਗੇ। ਵਟ ਡੂ ਯੂ ਓਬਜ਼ਰਵ, ਕਹਿੰਦੇ ਇਹ ਕਰਨ ਤੋਂ ਬਾਅਦ ਤੁਸੀਂ ਕੀ ਦੇਖਿਆ। ਕੰਪੇਅਰ ਯੂਰ ਓਬਜ਼ਰਵੇਸ਼ਨਸ ਵਿਦ ਦੋਜ਼ ਡਨ ਇਨ ਚੈਪਟਰ 2 ਵੈਨ ਯੂ ਟੇਸਟਡ ਫੂਡ ਫਾਰ ਪ੍ਰੈਜੈਂਸ ਆਫ ਡਿਫਰੈਂਟ ਨਿਊਟ੍ਰੀਐਂਟਸ। ਅਸੀਂ ਚੈਪਟਰ 2 ਦੇ ਵਿੱਚ ਆਇਓਡੀਨ ਦਾ ਸੋਲੂਸ਼ਨ ਯੂਜ਼ ਕੀਤਾ ਸੀਗਾ ਦੇਖਣ ਦੇ ਲਈ, ਪ੍ਰੈਜੈਂਸ ਦੇਖਣ ਦੇ ਲਈ ਵੀ ਉਹਦੇ ਵਿੱਚ ਉਹ ਪ੍ਰੋਟੀਨ ਹੈ ਜਾਂ ਨਹੀਂ ਹੈਗਾ ਗਾ, ਅਤੇ ਉਹਦੇ ਨਾਲ ਕਹਿੰਦੇ ਕੰਪੇਅਰ ਕਰੋ ਉਸ ਐਕਟੀਵਿਟੀ ਨਾਲ। ਡਜ਼ ਦਿਸ ਮੀਨ ਦੈਟ ਦ ਲੀਫ ਹੈਜ਼ ਸਟਾਰਚ ਦੇ ਲਈ ਚੈੱਕ ਕੀਤਾ ਸੀ ਆਪਾਂ ਆਇਓਡੀਨ ਦਾ ਸੋਲੂਸ਼ਨ, ਕਿ ਤੁਸੀਂ ਇਹ ਦੇਖੋ ਵੀ ਇਹਦੇ 'ਚ ਸਟਾਰਚ ਹੈਗਾ ਜਾਂ ਨਹੀਂ ਹੈਗਾ ਆਇਓਡੀਨ ਦਾ ਸੋਲੂਸ਼ਨ ਪਾ ਕੇ। In chapter 2 we saw that a slice of raw potato also show the presence of starch। ਵੀ ਆਪਾਂ ਕੀ ਦੇਖਿਆ ਸੀ ਵੀ ਜੇ ਆਪਾਂ ਸਟਾਰਚ ਪਾਉਣੇ ਹੈਗੇ ਆਇਓਡੀਨ ਸੋਲੂਸ਼ਨ ਪਾਉਣੇ ਹੈਗੇ ਤਾਂ ਉਹਦੇ ਵਿੱਚ ਜੇ ਤਾਂ ਉਹਦਾ ਕਲਰ ਚੇਂਜ ਹੁੰਦਾ ਤਾਂ ਉਹਦਾ ਮਤਲਬ ਕੀ ਸੀਗਾ ਵੀ ਉਹਦੇ 'ਚ ਸਟਾਰਚ ਹੈਗਾ ਗਾ। ਅਤੇ ਹੁਣ ਆਪਾਂ ਲੀਫ ਦੇ ਵਿੱਚ ਆਇਓਡੀਨ ਪਾ ਕੇ ਦੇਖੋ ਵੀ ਇਹਦੇ ਵਿੱਚ ਸਟਾਰਚ ਹੈਗਾ ਜਾਂ ਨਹੀਂ ਹੈਗਾ। ਪੋਟੈਟੋਸ ਗੈਟ ਦੀ ਸਟਾਰਚ ਫਰੋਮ ਅਦਰ ਪਾਰਟਸ ਆਫ ਦ ਪਲਾਂਟ ਐਂਡ ਸਟੋਰ ਇਟ। ਹੁਣ ਜਿਹੜੇ ਪੋਟੈਟੋਸ ਹੁੰਦੇ ਨੇ ਉਹਨਾਂ 'ਚ ਕੀ ਦੇਖਿਆ ਸੀ ਆਪਾਂ ਵੀ ਸਟਾਰਚ ਉਹਦੇ 'ਚ ਹੁੰਦਾ ਗਾ ਪੋਟੈਟੋ ਵਿੱਚ, ਅਤੇ ਉਹ ਸਟਾਰਚ ਕਿੱਥੋਂ ਲੈਂਦੇ ਨੇ, ਉਹ ਪਲਾਂਟ ਦੇ ਦੂਸਰੇ ਪਾਰਟਸ ਤੋਂ ਲੈਂਦੇ ਨੇ ਅਤੇ ਆਪਦੇ ਵਿੱਚ ਸਟੋਰ ਕਰ ਲੈਂਦੇ ਨੇ। However, leaves prepared their food in the presence of sunlight and a green colored substance present in them।
ਲੇਕਿਨ ਜਿਹੜੇ ਲੀਵਸ ਹੁੰਦੇ ਨੇ ਉਹ ਆਪਦਾ ਜਿਹੜਾ ਫੂਡ ਉਹ ਆਪ ਤਿਆਰ ਕਰਦੇ ਨੇਗੇ ਸਨਲਾਈਟ ਦੀ ਪ੍ਰੈਜੈਂਸ ਦੇ ਵਿੱਚ। ਤੇ ਇੱਕ ਗ੍ਰੀਨ ਕਲਰ ਹੁੰਦਾ ਜਿਹੜਾ ਉਹਦੀ ਪ੍ਰੈਜੈਂਸ ਦੇ ਵਿੱਚ ਉਹ ਕੀ ਕਰਦੇ ਨੇਗੇ ਫੂਡ ਨੂੰ ਤਿਆਰ ਕਰਦੇ ਨੇ। ਜਿਵੇਂ ਪੋਟੈਟੋ ਨੇ ਕੀ ਕੀਤਾ, ਜਿਹੜਾ ਸਟਾਰਚ ਸੀਗਾ ਉਹ ਅਦਰ ਪਾਰਟਸ ਤੋਂ ਲਿਆ, ਪਰ ਜਿਹੜੇ ਲੀਵਸ ਹੁੰਦੇ ਨੇ ਉਹ ਖੁਦ ਤਿਆਰ ਕਰਦੇ ਨੇਗੇ ਸਟਾਰਚ ਨੂੰ, ਆਪਣੇ ਫੂਡ ਨੂੰ ਸਟਾਰਚ ਦੀ ਫਾਰਮ ਦੇ ਵਿੱਚ। ਸਮ ਦੇ ਯੂਜ਼ ਵਾਟਰ ਐਂਡ ਕਾਰਬਨ ਡਾਈਆਕਸਾਈਡ ਫਰੋਮ ਏਅਰ। ਇਹਦੇ ਲਈ ਉਹ ਕੀ ਕਰਦੇ ਨੇਗੇ ਪਾਣੀ ਯੂਜ਼ ਕਰਦੇ ਨੇਗੇ ਤੇ ਕਾਰਬਨ ਡਾਈਆਕਸਾਈਡ ਯੂਜ਼ ਕਰਦੇ ਨੇਗੇ। ਦਿਸ ਪ੍ਰੋਸੈਸ ਇਜ਼ ਕਾਲਡ ਫੋਟੋਸਿੰਥਸਿਸ। ਫੋਟੋਸਿੰਥਸਿਸ ਕੀ ਹੁੰਦੀ ਹੈਗੀ, ਜਦੋਂ ਪੱਤੇ ਜਿਹੜੇ ਭੋਜਨ ਤਿਆਰ ਕਰਦੇ ਨੇ ਪੌਦੇ ਦੇ ਲਈ ਸਨਲਾਈਟ ਦੀ ਪ੍ਰੈਜੈਂਸ ਦੇ ਵਿੱਚ ਤੇ ਗ੍ਰੀਨ ਕਲਰ ਕਾਹਦੇ ਕਰਕੇ ਕਹਿੰਦਾ ਕਲੋਰੋਫਿਲ ਦੀ ਪ੍ਰੈਜੈਂਸ ਦੇ ਵਿੱਚ ਅਤੇ ਵਾਟਰ ਦੇ ਕਾਰਬਨ ਡਾਈਆਕਸਾਈਡ ਦੀ ਪ੍ਰੈਜੈਂਸ ਵਿੱਚ। ਚਾਰ ਚੀਜ਼ਾਂ ਵਾਟਰ, ਕਾਰਬਨ ਡਾਈਆਕਸਾਈਡ, ਸਨਲਾਈਟ ਤੇ ਕਲੋਰੋਫਿਲ ਦੀ ਪ੍ਰੈਜੈਂਸ ਵਿੱਚ ਜਦੋਂ ਪੱਤੇ ਆਪਣਾ ਫੂਡ ਤਿਆਰ ਕਰਦੇ ਨੇ ਉਹਨੂੰ ਆਪਾਂ ਕਹਿੰਦੇ ਆ ਫੋਟੋਸਿੰਥਸਿਸ। ਆਕਸੀਜਨ ਇਜ਼ ਗਿਵਨ ਆਊਟ ਇਨ ਦਿਸ ਪ੍ਰੋਸੈਸ। ਇਸ ਪ੍ਰੋਸੈਸ ਦੇ ਵਿੱਚ ਜਦੋਂ ਜਿਹੜੀ ਕਾਰਬਨ ਕਰਦੇ ਨੇ ਤਾਂ ਉਹ ਆਕਸੀਜਨ ਦਿੰਦੇ ਨੇ ਸਾਨੂੰ। ਦ ਫੂਡ ਪ੍ਰੀਪੇਅਰਡ ਬਾਈ ਲੀਵਸ ਅਲਟੀਮੇਟਲੀ ਗੈਟ ਸਟੋਰਡ ਇਨ ਡਿਫਰੈਂਟ ਪਾਰਟਸ ਆਫ ਪਲਾਂਟ ਐਜ਼ ਸਟਾਰਚ। ਹੁਣ ਜਿਹੜਾ ਫੂਡ ਲੀਵਸ ਨੇ ਤਿਆਰ ਕੀਤਾ ਉਹਨੂੰ ਫਿਰ ਸਟੋਰ ਕੀਤਾ ਜਾਂਦਾ ਡਿਫਰੈਂਟ ਪਲਾਂਟ ਦੇ ਡਿਫਰੈਂਟ ਪਾਰਟਸ ਦੇ ਵਿੱਚ ਸਟਾਰਚ ਦੀ ਫਾਰਮ ਦੇ ਵਿੱਚ। How do we know that the leaf has prepared the starch and not received it from another part of the plant? ਕਹਿੰਦੇ ਅਸੀਂ ਇਹ ਕਿਵੇਂ ਦੇਖ ਸਕਦੇ ਵੀ ਜਿਹੜਾ ਲੀਫ ਆ ਉਹ ਵੀ ਜਿਹੜਾ ਸਟਾਰਚ ਨੂੰ ਖੁਦ ਤਿਆਰ ਕਰਦਾ ਵੀ ਕਿਸੇ ਹੋਰ ਪਾਰਟ ਤੋਂ ਨਹੀਂ ਲੈਂਦਾ ਗਾ। To test this, the above activity can be repeated with a little difference. ਹੁਣ ਅਸੀਂ ਇਹ ਚੈੱਕ ਕਰਨਾ ਗਾ ਵੀ ਇਹ ਕਿਵੇਂ ਪਤਾ ਲੱਗਿਆ ਸਾਨੂੰ ਵੀ ਜਿਹੜਾ ਲੀਫ ਹੈਗਾ ਉਹ ਜਿਹੜਾ ਖੁਦ ਸਟਾਰਚ ਤਿਆਰ ਕਰਦਾ ਹੈਗਾ ਕਿਸੇ ਹੋਰ ਪਾਰਟ ਤੋਂ ਨਹੀਂ ਲੈਂਦਾ ਗਾ। ਇਹਦੇ ਲਈ ਐਕਟੀਵਿਟੀ ਇੱਕ ਹੋਰ ਕਰਨੀ ਹੈਗੀ, ਪਲੇਸ ਆ ਡਾਰਕ ਰੂਮ ਫਾਰ ਅ ਡੇ ਔਰ ਟੂ। ਕਹਿੰਦੇ ਇੱਕ ਜਿਹੜਾ ਪੌਦਾ ਲਓ ਤੇ ਉਹਨੂੰ ਇੱਕ ਡਾਰਕ ਹਨੇਰੇ ਵਾਲੇ ਰੂਮ ਦੇ ਵਿੱਚ ਰੱਖ ਦਿਓ 1 ਜਾਂ 2 ਦਿਨ ਦੇ ਲਈ। ਨੋ ਕਵਰ ਅ ਪੋਰਸ਼ਨ ਆਫ ਅ ਲੀਫ ਆਫ ਦ ਪਲਾਂਟ ਕੰਪਲੀਟਲੀ ਵਿਦ ਬਲੈਕ ਪੇਪਰ ਐਂਡ ਲੀਵ ਦ ਪਲਾਂਟ ਇਨ ਦ ਸਨ ਫਾਰ ਅ ਡੇ। ਤੇ ਉਸ ਤੋਂ ਬਾਅਦ ਕੀ ਕਰੋ, ਉਹਨੂੰ ਜਿਹੜਾ ਲੀਫ ਸੀਗਾ ਉਹਦੇ ਨਾਲ ਕਵਰ ਕਰ ਦਿਓ ਬਲੈਕ ਪੇਪਰ ਦੇ ਨਾਲ ਤੇ ਉਹਨੂੰ ਬਾਹਰ ਰੱਖ ਦਿਓ ਸਨ ਦੇ ਵਿੱਚ। ਰਿਮੂਵ ਦ ਲੀਫ ਕਵਰਡ ਇਨ ਬਲੈਕ ਪੇਪਰ ਐਂਡ ਰਿਪੀਟ ਦ ਟੈਸਟ ਫਾਰ ਸਟਾਰਚ। ਹੁਣ ਜਿਹੜੇ ਉਹ ਲੀਫ ਸੀਗੇ ਉਹਨਾਂ ਨੂੰ ਰਿਮੂਵ ਕਰੋ ਜਿਹੜੇ ਬਲੈਕ ਪੇਪਰ ਦੇ ਵਿੱਚ ਸੀਗੇ। ਪਹਿਲਾਂ ਆਪਾਂ ਹਨੇਰੇ 'ਚ ਰੱਖਿਆ, ਫਿਰ ਆਪਾਂ ਸਨ 'ਚ ਲੈ ਕੇ ਆਏ ਤਾਂ ਬਲੈਕ ਪੇਪਰ ਦੀ ਫੋਰਮ 'ਚ ਲੈ ਕੇ ਆਏ। ਉਸ ਤੋਂ ਬਾਅਦ ਕੀ ਕਰੋ, ਉਹਨੂੰ ਚੈੱਕ ਕਰੋ ਵੀ ਜਿਹੜੇ ਲੀਵਸ ਆਪਾਂ ਬਲੈਕ ਪੇਪਰ 'ਚ ਰੱਖੇ ਸੀ ਉਹਨਾਂ 'ਚ ਸਟਾਰਚ ਚੈੱਕ ਕਰੋ ਆਇਓਡੀਨ ਪਾ ਕੇ। ਡੂ ਯੂ ਸੀ ਵਿਚ ਪਾਰਟ ਆਫ ਦ ਲੀਫ ਸ਼ੋ ਦ ਪ੍ਰੈਜ਼ੈਂਸ ਆਫ ਸਟਾਰਚ। ਕਹਿੰਦੇ ਤੁਸੀਂ ਕਿਹੜਾ ਪਾਰਟ ਤੁਸੀਂ ਕੀ ਦੇਖਿਆ ਤੁਸੀਂ ਤੇ ਕਿਹੜਾ ਪਾਰਟ ਸੀਗਾ ਲੀਫ ਦਾ ਉਹ ਸ਼ੋ ਕਰ ਰਿਹਾ ਸੀ ਸਟਾਰਚ ਦੀ ਪ੍ਰੈਜ਼ੈਂਸ। ਡਜ਼ ਦਿਸ ਹੈਲਪ ਅਸ ਅੰਡਰਸਟੈਂਡ ਦੈਟ ਲੀਵਸ ਪ੍ਰੋਡਿਊਸ ਸਟਾਰਚ ਇਨ ਦ ਪ੍ਰੈਜ਼ੈਂਸ ਆਫ ਸਨਲਾਈਟ। ਇਹ ਤੋਂ ਸਾਨੂੰ ਕੀ ਪਤਾ ਲੱਗ ਜਿਹੜਾ ਲੀਫ ਸੀਗੇ ਜਿਹੜੇ ਆਪਾਂ ਕਵਰ ਕਰਤੇ ਸੀ ਉਹਨਾਂ ਵਿੱਚ ਕੀ ਹੋਊਗਾ, ਸਟਾਰਚ ਨਹੀਂ ਹੋਊਗਾ ਕਿਉਂਕਿ ਉਹਦੇ ਵਿੱਚ ਕੀ ਹੈ ਜਦੋਂ ਉਹਨੂੰ ਸਨਲਾਈਟ ਹੀ ਨਹੀਂ ਮਿਲੀ ਹੈਗੀ ਤਾਂ ਸਟਾਰਚ ਕਿੱਦਾਂ ਕਰ ਸਕਦੇ ਤਿਆਰ ਕਰ ਸਕਦੇ। ਇਹ ਤਾਂ ਸਾਨੂੰ ਕੀ ਪਤਾ ਲੱਗ ਜਿਹੜਾ ਸਟਾਰਚ ਹੈਗਾ ਉਹ ਲੀਵਸ ਸਨਲਾਈਟ ਦੇ ਪ੍ਰੈਜ਼ੈਂਸ ਵਿੱਚ ਹੀ ਤਿਆਰ ਕਰਦੇ ਨੇਗੇ। ਵੀ ਸੀ ਦੈਟ ਸਟੈਮ ਸਪਲਾਈਸ ਲੀਫ ਵਿਦ ਵਾਟਰ। ਅਸੀਂ ਕੀ ਦੇਖਦੇ ਸਟੈਮ ਹੈਗੀ ਉਹ ਕੀ ਕਰਦੀ ਹੈਗੀ ਲੀਫ ਸਪਲਾਈ ਕਰਦੀ ਹੈਗੀ। ਹੁਣ ਜਿਹੜੀ ਉਹ ਹੈਗੀ ਸਟੈਮ ਹੈਗੀ ਉਹ ਪਾਣੀ ਨੂੰ ਮਤਲਬ ਲੀਫ ਤੋਂ ਲੈ ਕੇ ਪਾਣੀ ਨੂੰ ਦੂਸਰੇ ਪਾਰਟਸ ਤੱਕ ਸਪਲਾਈ ਕਰਦੀ ਆ। ਦ ਲੀਫ ਯੂਜ਼ ਦ ਵਾਟਰ ਟੂ ਮੇਕ ਫੂਡ। ਜਿਹੜਾ ਲੀਫ ਹੈਗਾ ਉਹ ਵਾਟਰ ਨੂੰ ਯੂਜ਼ ਕਰਦਾ ਪਾਣੀ ਮਤਲਬ ਉਹ ਕਰਨ ਦੇ ਲਈ ਫੂਡ ਬਣਾਉਣ ਦੇ ਲਈ। ਦ ਲੀਵਸ ਆਲਸੋ ਲੂਜ਼ ਵਾਟਰ ਥਰੂ ਟਰਾਂਸਪੀਰੇਸ਼ਨ। ਉਹ ਟਰਾਂਸਪੀਰੇਸ਼ਨ ਰਾਹੀਂ ਵੀ ਆਪਣਾ ਪਾਣੀ ਲੂਜ਼ ਕਰ ਦਿੰਦੇ ਆ। ਹਾਊ ਡੂ ਦ ਸਟੈਮ ਐਂਡ ਲੀਵਸ ਗੈਟ ਦ ਵਾਟਰ। ਹੁਣ ਸਟੈਮ ਤੇ ਲੀਵਸ ਕਹਿੰਦੇ ਪਾਣੀ ਲੈਂਦੇ ਕਿੱਥੋਂ ਆ। ਦਸ ਇਟ ਵੇਅਰ ਦ ਰੂਟਸ ਕਮ ਇਨ। ਤੇ ਇਹਦੇ ਬਾਅਦ ਕੀ ਹੁੰਦੇ ਨੇ ਰੂਟਸ ਆਉਂਦੀਆਂ ਨੇਗੀਆਂ। ਹੁਣ ਅਸੀਂ ਕੀ ਦੇਖਿਆ ਵੀ ਜਿਹੜੇ ਲੀਫ ਹੈਗਾ ਉਹਨੂੰ ਖਾਣਾ ਤਿਆਰ ਕਰਨ ਦੇ ਲਈ ਵਾਟਰ ਚਾਹੀਦਾ ਤੇ ਜਿਹੜੀ ਹੁਣ ਵਾਟਰ ਸਟੈਮ ਹੈਗੀ ਉਹ ਕੀ ਕਰਦੀ ਹੈ ਵਾਟਰ ਨੂੰ ਦੂਸਰੇ ਪਾਰਟਸ ਤੱਕ ਵੀ ਪਹੁੰਚਾਉਂਦੀ ਹੈਗੀ। ਤੇ ਹੁਣ ਜਿਹੜੇ ਲੀਵਸ ਤੱਕ ਵਾਟਰ ਕਿੱਥੋਂ ਪਹੁੰਚਦਾ, ਲੀਵਸ ਤੱਕ ਜਿਹੜਾ ਵਾਟਰ ਉਹ ਕਿਵੇਂ ਆਇਆ ਤੇ ਵਾਟਰ ਆਉਂਦਾ ਕਿੱਥੋਂ ਹੈਗਾ ਕਿਉਂਕਿ ਜਦੋਂ ਆਪਾਂ ਦੇਖਿਆ ਵੀ ਟਰਾਂਸਪੀਰੇਸ਼ਨ ਦੇ ਟਾਈਮ ਵੀ ਉਹ ਬਹੁਤ ਸਾਰਾ ਵਾਟਰ ਹੈ ਲੂਜ਼ ਕਰ ਦੇਣੇਗੀ। ਹੁਣ ਮੇਨ ਗੱਲ ਇਹ ਹੈ ਵੀ ਜਿਹੜਾ ਵਾਟਰ ਹੋਗਾ ਉਹ ਕਿੱਥੋਂ ਆਉਂਦਾ ਗਾ ਉਹਦੇ ਲਈ ਪੜ੍ਹਨਾ ਰੂਟਸ ਤੋਂ। ਇਹ ਤਾਂ ਕੀ ਮੇਨ ਗੱਲ ਕੀ ਹੈ ਵੀ ਜਿਹੜਾ ਵਾਟਰ ਹੈਗਾ ਰੂਟਸ ਤੋਂ ਆਉਂਦਾ। ਹੁਣ ਰੂਟਸ ਕਿਵੇਂ ਵਾਟਰ ਨੂੰ ਸਪਲਾਈ ਕਰਦੀਆਂ ਨੇਗੀਆਂ ਉਹਨਾਂ ਆਪਾਂ ਇਸ ਚੈਪਟਰ ਵਿੱਚ ਅੱਗੇ ਕੰਟੀਨਿਊ